ਵਾਹਿਗੁਰੂ ਵਾਹਿਗੁਰੂ ਜੀ। तीने तापन वारन हारा दुख हंता सुख रास ताको विघन न को लागै जाकी प्रभ आगे अरदास तीने तापन वारन हारा दुख हंता सुख रास ताको बिघ्न न को लागै जाकी प्रभ आगे अरदास डंडौत बंधन अनक बार सर्व कला समरथ डोलन ते राखो प्रभु नानक दे कर हथ तिन्ना लोकां दे पति परमात्मा मेरी आ डंडौत बंदना लोकां दे पति परमात्मा मेरी आ डंडौत बंदना तिन्ना लोकां दे पति परमात्मा मेरी है डंडौत बंदना तिन्ने लोकां दे पति परमात्मा मेरी है डंडौत बंदना तिन्ना लोकां दे पति परमात्मा मेरी आ डंडौत बंदना तिन्ना लोकां दे पति परमात्मा मेरी आ डंडौत बंदना तिन्ना लोकां दे पति परमात्मा मेरी है डंडौत बंदना तिन्ना लोकां दे पति परमात्मा मेरी है डंडौत बंदना प्यारे जी तेरी डंडौत बंदना प्यारे जी मेरी डंडौत बंदना प्यारे जी मेरी है डंडौत बंदना प्यारे जी मेरी है डंडौत बंदना लोकां दे पति परमात्मा मेरी डंडौत बंदना लोकां दे पति परमात्मा मेरी डंडौत बंदना लोकां दे पति
ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇੱਕ ਦਿਨ ਬਾਜਾਂ ਵਾਲੇ ਕੋਲੋਂ ਮੈਂ ਪ੍ਰੇਮ ਸਰਾਹੀ ਪੀਤੀ ਭਾਗ ਹਮਾਰੇ ਲਿਖੇ ਫਕੀਰੇ ਸੋ ਮਤ ਕਰ ਲੀਤੀ ਪਿਛਲੀ ਉਮਰ ਗਵਾਈ ਐ ਮੈਂ ਹਰ ਕੀ ਭਗਤ ਨਾ ਕੀਤੀ ਅੱਗੇ ਸਮਝ ਚਲੋ ਨੰਦ ਲਾਲਾ ਪਾਸੇ ਬੀਤੀ ਸੋ ਬੀਤੀ ਅੱਗੇ ਸਮਝ ਚਲੋ ਨੰਦ ਲਾਲਾ ਪਾਸੇ ਬੀਤੀ ਸੋ ਬੀਤੀ ਗਿਆਨ ਧਿਆਨ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ ਨੇ ਮੇਰੀ ਵਾਰੀ ਕਦੋਂ ਆਊਗੀ ਨਾਮ ਨੇ ਅਨੇਕਾਂ ਪਾਪੀ ਤਾਰੇ ਮੇਰੀ ਵਾਰੀ ਕਦੋਂ ਆਊਗੀ ਹੋ ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ ਮੇਰੀ ਵਾਰੀ ਕਦੋਂ ਆਊਗੀ ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ ਮੇਰੀ ਵਾਰੀ ਕਦੋਂ ਆਊਗੀ ਨਾਮ ਨੇ ਅਨੇਕਾਂ ਪਾਪੀ ਤਾਰੇ ਓ ਮੇਰੀ ਵਾਰੀ ਕਦੋਂ ਆਊਗੀ ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ ਜੀ ਅਨੇਕਾਂ ਪਾਪੀ ਤਾਰੇ ਮੇਰੀ ਵਾਰੀ ਕਦੋਂ ਆਊਗੀ ਨਾਮ ਨੇ ਅਨੇਕਾਂ ਪਾਪੀ ਤਾਰੇ ਮੇਰੀ ਵਾਰੀ ਕਦੋਂ ਆਊਗੀ ਓ ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ ਮੇਰੀ ਵਾਰੀ ਕਦੋਂ ਆਊਗੀ ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ ਮੇਰੀ ਵਾਰੀ ਕਦੋਂ ਆਊਗੀ ਨਾਮ ਨੇ ਅਨੇਕਾਂ ਪਾਪੀ ਤਾਰੇ ਓ ਮੇਰੀ ਵਾਰੀ ਕਦੋਂ ਆਊਗੀ ਮੇਰੀ ਵਾਰੀ ਜੀ ਕਦੋਂ ਆਊਗੀ ਮੇਰੀ ਵਾਰੀ ਜੀ ਕਦੋਂ ਆਊਗੀ ਓ ਮੇਰੀ ਵਾਰੀ ਜੀ ਕਦੋਂ ਆਊਗੀ ਓ ਮੇਰੀ ਵਾਰੀ ਜੀ ਕਦੋਂ ਆਊਗੀ ਮੇਰੀ ਵਾਰੀ ਜੀ ਕਦੋਂ ਆਊਗੀ ਮੇਰੀ ਵਾਰੀ ਜੀ ਕਦੋਂ ਆਊਗੀ
ਆਊਗੀ। ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ, ਮੇਰੀ ਵਾਰੀ ਕਦੋਂ ਆਊਗੀ। ਨਾਮ ਨੇ ਅਨੇਕਾਂ ਪਾਪੀ ਤਾਰੇ, ਮੇਰੀ ਵਾਰੀ ਕਦੋਂ ਆਊਗੀ। ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ, ਮੇਰੀ ਵਾਰੀ ਕਦੋਂ ਆਊਗੀ। ਤੇਰੇ ਨਾਮ ਨੇ ਅਨੇਕਾਂ ਪਾਪੀ ਤਾਰੇ, ਮੇਰੀ ਵਾਰੀ ਕਦੋਂ ਆਊਗੀ। ਨਾਮ ਨੇ ਅਨੇਕਾਂ ਪਾਪੀ ਤਾਰੇ, ਮੇਰੀ ਵਾਰੀ ਕਦੋਂ ਭੈਣਾ ਬੋਲਾ ਕਰੋ ਭੈਣਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ, ਆਓ ਸਾਰੇ ਹੀ ਬੜੇ ਤੰਤਾ ਦੇ ਯੋਗ ਹੋ, ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਏ। ਅੱਜ ਪਿੰਡ ਹੀਂਗਾ ਖੇੜੀ ਦਾ ਦੂਸਰਾ ਦੀਵਾਨ ਪ੍ਰਾਰੰਭ ਹੋਇਆ, ਜਿਹਦੀ ਸਮਾਪਤੀ 2:30 ਵਜੇ ਕੀਤੀ ਜਾਏਗੀ। ਸੋ ਲੇਟ ਇਸ ਕਰਕੇ ਸਮਾਂ ਰੱਖਿਆ ਆਪਾਂ ਨੇ ਕਿ ਸੰਗਤਾਂ ਭੈਣਾਂ ਮਤਾਵਾਂ ਕੰਮਕਾਰ ਕਰਕੇ ਵਿਹਲੇ ਹੋ ਕੇ ਆਪਣਾ ਸਤ ਸੰਗਤ ਦੀ ਹਾਜ਼ਰੀ ਭਰ ਸਕਦੇ ਨੇ। ਦੂਸਰੀ, ਸਾਡੇ ਸਿੱਖ ਕੌਮ ਦੇ ਮਹਾਨ ਵਿਦਵਾਨ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਸਿੰਘੜੇ ਵਾਲੇ ਮਹਾਂਪੁਰਖ, ਉਹਨਾਂ ਨੇ ਜੋ ਦਿੱਲੀ ਧਰਨਾ ਚੱਲ ਰਿਹਾ ਹੈ, ਜਵਾਨਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਬੱਚੇ ਬੱਚੀਆਂ ਦਾ, ਠੰਡ ਦੇ ਵਿੱਚ ਬੈਠਿਆਂ ਦਾ ਦੁੱਖ ਨਾ ਸਹਾਰਦੇ ਹੋਏ ਉਹ ਕੱਲ ਆਪਣੇ ਆਪ ਨੂੰ ਉਹਨਾਂ ਨੇ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਦਿੱਤੀ ਆ। ਮਹਾਂਪੁਰਖ ਕਹਿੰਦੇ ਸਾਤੋਂ ਕਿਸਾਨਾਂ ਦਾ, ਜਵਾਨਾਂ ਦਾ, ਮਜ਼ਦੂਰਾਂ ਦਾ, ਬੱਚੇ ਬੱਚੀਆਂ ਦਾ 15-20 ਦਿਨਾਂ ਤੋਂ ਠੰਡ ਦੇ ਵਿੱਚ ਬੈਠਿਆਂ ਦਾ ਸਾਤੋਂ ਦੁੱਖ ਨਹੀਂ ਝੱਲਿਆ ਜਾਂਦਾ, ਕਿਉਂਕਿ ਕਿਸਾਨਾਂ ਦੇ ਉੱਤੇ ਦੁੱਖ ਦਾ ਸਮਾਂ, ਜਵਾਨਾਂ ਦੇ ਉੱਤੇ, ਕਿਰਸਾਨੀ ਦੇ ਉੱਤੇ, ਮਜ਼ਦੂਰਾਂ ਦੇ ਉੱਤੇ ਦੁੱਖ ਦਾ ਸਮਾਂ, ਇਹ ਦੁੱਖ ਦਾ ਸਮਾਂ ਨਾ ਸਹਾਰਦੇ ਹੋਏ ਉਹ ਕੱਲ ਸ਼ਹੀਦੀ ਜਾਮਾ ਪੀ ਗਏ ਨੇ। ਕੱਲ ਅਸੀਂ ਤੁਹਾਡੇ ਕੋਲੋਂ ਗਏ ਹਾਂ ਦੀਵਾਨ ਲਾ ਕੇ, ਫਿਰ ਰਾਤ ਨੂੰ ਯੂਪੀ ਪ੍ਰੋਗਰਾਮ ਸੀ। ਯੂਪੀ ਤੋਂ ਵਾਪਸ ਆਉਂਦੇ ਨੂੰ ਸਾਡੇ ਕੋਲੇ ਫੋਨ ਪਹੁੰਚਿਆ। ਰਾਤ ਨੂੰ ਫਿਰ ਮੋਹਲਗੜ੍ਹ ਦੀ ਧਰਤੀ ਤੋਂ ਰਾਤ ਨੂੰ ਫਿਰ ਅਸੀਂ ਉੱਥੇ ਵਾਪਸ ਹੋਏ। ਸਵੇਰੇ 5 ਵਜੇ ਮੋਹਲਗੜ੍ਹ ਦੀ ਧਰਤੀ ਤੇ ਪਹੁੰਚੇ ਆ। ਸੋ ਇਸ ਕਰਕੇ ਮਨ ਬਣਾਇਆ ਸੀ ਵੀ ਜਿਹੜਾ ਦੀਵਾਨ ਅੱਜ ਦਾ ਉਹ ਆਪਾਂ 12 ਵਜੇ ਸ਼ੁਰੂ ਕਰ ਦਿਆਂਗੇ। ਸੋ ਆਓ ਰਲ ਮਿਲ ਕੇ ਸਾਰੇ ਆਪਾਂ ਹਾਜ਼ਰੀਆਂ ਭਰੀਏ। ਕੋਈ ਪਤਾ ਨਹੀਂ ਗੁਰਮੁਖ ਪਿਆਰਿਓ ਸਰੀਰ ਰੂਪੀ ਭਾਂਡੇ ਦਾ, ਇਹਦਾ ਮਾਣ ਨਹੀਂ ਕਰਨਾ ਚਾਹੀਦਾ, ਇਹਦਾ ਤਾਣ ਨਹੀਂ ਕਰਨਾ ਚਾਹੀਦਾ। ਨਾ ਗੁਰਮੁਖ ਪਿਆਰਿਓ ਕਿਸੇ ਜਾਤੀ ਪਾਤੀ ਦਾ ਹੰਕਾਰ ਕਰਨਾ ਚਾਹੀਦਾ। ਮਹਾਰਾਜ ਜੀ ਕਹਿੰਦੇ ਇਸ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਕਿਉਂਕਿ ਸਾਰੀ ਪ੍ਰਮਾਤਮਾ ਨੇ ਇੱਕ ਬਣਾਏ ਹੋਏ ਆ। ਜੇ ਕਿਸਾਨਾਂ ਨੂੰ ਦੁੱਖ ਆ, ਜਵਾਨਾਂ ਨੂੰ, ਮਜ਼ਦੂਰਾਂ ਨੂੰ, ਸਾਰਿਆਂ ਨੂੰ ਦੁੱਖ ਹੈ ਇਸ ਚੀਜ਼ ਦਾ। ਇਸ ਕਰਕੇ ਸਾਰੇ ਇੱਕ ਹੋ ਕੇ ਰਹਿਣਾ ਚਾਹੀਦਾ। ਇੱਕ ਨਗਰ ਹੁੰਦਾ ਜਿਹੜਾ ਇੱਕ ਪਰਿਵਾਰ ਦੀ ਤਰ੍ਹਾਂ ਹੁੰਦਾ, ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ। ਗਿਲਵਾ ਸਿਕਵਾ ਸਭ ਭੁਲਾ ਦੇਣਾ ਚਾਹੀਦਾ।
ਤੇ ਰਲ ਮਿਲ ਕੇ ਗੁਰਮੁਖ ਪਿਆਰਿਓ ਉਤਸ਼ਾਹ ਦੇ ਨਾਲ ਸਮਾਗਮ ਕਰੋ ਤੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਖੁਸ਼ੀ ਦਾ ਪ੍ਰਗਟਾਵਾ ਕਰੋ। ਨਗਰ ਦੀ ਏਕਤਾ ਦਿਖਾਣੀ ਚਾਹੀਦੀ ਆ। ਕੋਈ ਪਤਾ ਨਹੀਂ ਤੇ ਕਿੰਨੇ ਕਦੋਂ ਤੁਰ ਜਾਣਾ। ਨਾ ਕੋਈ ਪਾਰਟੀ ਰਹਿਣੀ ਆ, ਨਾ ਕੋਈ ਕੁਝ ਰਹਿਣਾ, ਨਾ ਜਾਤੀ ਨਾ ਪਾਤੀ, ਕੁਝ ਨਹੀਂ ਰਹਿਣਾ ਹੈ। ਤਾਂ ਗੁਰਮੁਖ ਪਿਆਰਿਓ ਆਓ ਆਪਾਂ ਆਪਣੀਆਂ ਸੁਰਤੀਆਂ ਨੂੰ ਆਨੰਦਪੁਰ ਦੀ ਧਰਤੀ ਤੇ ਲੈ ਚੱਲੀਏ, ਜਿੱਥੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਿੰਦ ਦੀ ਚਾਦਰ ਜੋਤ ਜਗਾਉਂਦੇ ਨੇ। ਉਸ ਸਮੇਂ ਇੰਨਾ ਭਿਆਨਕ ਸਮਾਂ ਸੀ, ਨਾ ਤਾਂ ਕੋਈ ਚੱਜ ਦੀ ਰੋਟੀ ਖਾ ਸਕਦਾ ਸੀ, ਨਾ ਕੋਈ ਚੱਜ ਦੇ ਵਸਤਰ ਪਾ ਸਕਦਾ ਸੀ। ਬੜੀ ਹਾਹਾਕਾਰ ਮੱਚੀ ਪਈ ਆ ਚਾਰ ਸਪੇਰੇ। ਪੰਡਤ ਲੋਕਾਂ ਦੇ ਬੜਾ ਤਸੱਦਦ ਕਰ ਰਹੇ ਨੇ, ਜ਼ਬਰ ਜ਼ੁਲਮ ਜ਼ਬਰਦਸਤੀ। ਗੁਰਮੁਖ ਪਿਆਰਿਓ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ। ਆਖੋ ਸਤਨਾਮ ਵਾਹਿਗੁਰੂ ਜੀ। ਔਰੰਗਜ਼ੇਬ ਆਪਣਾ ਸਿੱਕਾ ਚਲਾ ਰਿਹਾ, ਆਪਣੇ ਆਪ ਨੂੰ ਹੀ ਜੋ ਮੈਂ ਕਰਦਾ, ਜੋ ਮੈਂ ਕਹਿਣਾ ਉਹ ਸਹੀ ਆ। ਜਿਵੇਂ ਅੱਜ ਮੋਦੀ ਕਹਿੰਦਾ ਨਾ ਵੀ ਜੋ ਮੈਂ ਕਰਦਾ ਉਹ ਸਹੀ ਕਰਦਾ, ਬਾਕੀ ਤਾਂ ਐਵੇਂ ਤੁਰੇ ਫਿਰਦੇ ਆ। ਇਸੇ ਤਰ੍ਹਾਂ ਔਰੰਗਜ਼ੇਬ ਕਹਿੰਦਾ ਜੋ ਮੈਂ ਕਰਦਾ ਸਹੀ ਕਰਦਾ, ਇਹ ਤਾਂ ਐਵੇਂ ਤੁਰੇ ਫਿਰਦੇ ਆ ਦੁਨੀਆ। ਪਰ ਗੁਰਮੁਖ ਪਿਆਰਿਓ ਜਦੋਂ ਦੁਨੀਆ ਦੇ ਉੱਤੇ ਭਾਰ ਆ ਜਾਂਦਾ ਨਾ, ਜਿਵੇਂ ਅੱਜ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਭਾਰ ਆ, ਮਜ਼ਦੂਰਾਂ ਦੇ ਉੱਤੇ ਬਹੁਤ ਵੱਡਾ ਭਾਰ ਆ। ਕੀ ਕਹਿਣਗੇ ਜੀ ਕਿਸਾਨਾਂ ਦਾ ਜ਼ਮੀਨਾਂ ਦਾ, ਤਾਂ ਕਰਕੇ ਉੱਥੇ ਬੈਠੇ ਨੇ। ਮਜ਼ਦੂਰਾਂ ਦਾ ਕੀ ਆ? ਅੱਜ ਜਿਹੜੀ ਕਣਕ ਨਾ 15-16 ਰੁਪਏ ਕਿਲੋ ਮਿਲਦੀ ਹੈ ਨਾ, ਇਹੀ ਤੁਹਾਨੂੰ 100 ਰੁਪਏ ਕਿਲੋ ਮਿਲਿਆ ਕਰੂਗੀ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਦੱਸੋ ਸਾਡਾ ਹੱਕ ਬਣਦਾ ਕਿ ਨਹੀਂ ਬਣਦਾ? ਇਸ ਕਰਕੇ ਸਭਨਾਂ ਤੇ ਸਕੰਜਾ ਕੱਸਿਆ ਜਾਣਾ। ਜਿਹੜਾ ਹੁਣ ਤੱਕ ਕਹਿੰਦਾ ਜੀ ਨਾ ਮੋਦੀ ਭੈਣੋ ਭਾਈਓ 80 ਦਿਨ ਆਵਣਗੇ, ਆ ਲਿਆਂਦੇ ਨੇ 80 ਦਿਨ ਤੁਹਾਡੇ। ਹਜੇ ਹੋਰ ਦੇਖੋ ਪਤਾ ਨਹੀਂ ਕੀ ਕੀ ਕਰਨਾ। ਜਿੰਨਾ ਚਿਰ ਮਰਦਾ ਨਹੀਂ ਨਾ ਉਹਨਾਂ ਚਿਰ ਖਹਿੜਾ ਨਹੀਂ ਸੁੱਟਦਾ। ਸੋ ਇਸ ਕਰਕੇ ਗੁਰਮੁਖ ਪਿਆਰੇ ਜਦੋਂ ਜਦੋਂ ਵੀ ਤਸੱਦਦ ਬਣਦੇ ਨੇ, ਸਮੇਂ ਸਮੇਂ ਦੇ ਨਾਲ ਗੁਰੂ ਪੀਰ ਮਹਾਂਪੁਰਸ਼ ਆਪਣੀਆਂ ਕੁਰਬਾਨੀਆਂ ਦਿੰਦੇ ਆਏ। ਕਿਸਾਨਾਂ ਦੇ ਲਈ, ਮਜ਼ਦੂਰਾਂ ਦੇ ਲਈ, ਜਵਾਨਾਂ ਦੇ ਲਈ, ਭੈਣਾਂ ਭਰਾਵਾਂ ਦੇ ਲਈ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਮਹਾਂਪੁਰਖਾਂ ਨੇ ਆਪਣੀ ਕੁਰਬਾਨੀ ਦਿੱਤੀ। ਆਖੋ ਸਤਨਾਮ ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਅਸੀਂ ਰਾਤ ਉਹਨਾਂ ਦੇ ਸਥਾਨ ਦੇ ਉੱਤੇ ਗਏ ਹਾਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਧਾਹਾਂ ਮਾਰ ਮਾਰ ਕੇ ਰੋਂਦੀਆਂ ਸੀ। ਸੰਗਤਾਂ ਰੱਬ ਦੇ ਪਿਆਰੇ ਧਾਹਾਂ ਮਾਰ ਮਾਰ ਕੇ ਰੋਂਦੇ ਸੀ। ਉਹਨਾਂ ਦਾ ਦੁੱਖ ਬਿਰਲਾਪ ਝੱਲਿਆ ਨਹੀਂ ਗਿਆ। ਉਹ ਸਾਡੇ ਤੁਰ ਗਏ ਦਿਲਾਂ ਦੇ ਜਾਨੀ, ਧਾਹਾਂ ਮਾਰ ਰੋਣ ਸੰਗਤਾਂ। ਤੁਰ ਗਏ ਦਿਲਾਂ ਦੇ ਜਾਨੀ, ਧਾਹਾਂ ਮਾਰ ਰੋਣ ਸੰਗਤਾਂ। ਸਾਡੇ ਤੁਰ ਗਏ ਦਿਲਾਂ ਦੇ ਜਾਨੀ, ਧਾਹਾਂ ਮਾਰ ਰੋਣ ਸੰਗਤਾਂ। ਸਾਡੇ ਤੁਰ ਗਏ ਦਿਲਾਂ ਦੇ ਜਾਨੀ,
ਤਾਹਾਂ ਮਾਰ ਰੋਣ ਸੰਗਤਾਂ। ਓ ਪਿਆਰੇ ਜੀ ਤਾਹਾਂ ਮਾਰ ਰੋਣ ਸੰਗਤਾਂ। 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 ਓ ਪਿਆਰੇ ਜੀ ਤਾਹਾਂ ਮਾਰ ਰੋਣ ਸੰਗਤਾਂ। ਪਿਆਰੇ ਜੀ ਤਾਹਾਂ ਮਾਰ ਰੋਣ ਸੰਗਤਾਂ। ਸਾਡੇ ਤੁਰ ਕੇ ਦਿਲਾਂ ਦੇ ਜਾਨੀ। ਸਾਡੇ ਤੁਰ ਕੇ ਦਿਲਾਂ ਦੇ ਜਾਨੀ। ਓ ਸਾਡੇ ਤੁਰ ਕੇ ਦਿਲਾਂ ਦੇ ਜਾਨੀ। 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 ਓ ਸਾਡੇ ਤੁਰ ਕੇ ਦਿਲਾਂ ਦੇ ਜਾਨੀ। ਸਾਡੇ ਤੁਰ ਕੇ ਦਿਲਾਂ ਦੇ ਜਾਨੀ। ਸਾਡੇ ਤੁਰ ਕੇ ਦਿਲਾਂ ਦੇ ਜਾਨੀ। ਤਾਹਾਂ ਮਾਰ ਰੋਣ ਸੰਗਤਾਂ ਜੀ। ਸਾਡੇ ਤੁਰ ਕੇ ਦਿਲਾਂ ਦੇ ਜਾਨੀ। ਤਾਹਾਂ ਮਾਰ ਰੋਣ ਸੰਗਤਾਂ। ਓ ਸਾਡੇ ਤੁਰ ਕੇ ਦਿਲਾਂ ਦੇ ਜਾਨੀ। ਤਾਹਾਂ ਮਾਰ ਰੋਣ ਸੰਗਤਾਂ। ਸਾਡੇ ਤੁਰ ਕੇ ਦਿਲਾਂ ਦੇ ਜਾਨੀ। ਤਾਹਾਂ ਮਾਰ ਰੋਣ ਸੰਗਤਾਂ। ਤਾਂ ਗੁਰਮੁਖ ਪਿਆਰਿਓ ਬੜੀਆਂ ਸੰਗਤਾਂ ਰੋਂਦੀਆਂ ਦੇਖੀਆਂ ਰਾਤ। ਇਸ ਕਰਕੇ ਜਦੋਂ ਵੀ ਸਮਾਂ ਬਣਿਆ ਐਸਾ ਦੁੱਖ ਦਾ ਸਮਾਂ ਤਾਂ ਰੱਬ ਦੇ ਪਿਆਰਿਆਂ ਨੇ ਗੁਰੂ ਪੀਰਾਂ ਨੇ ਕੁਰਬਾਨੀਆਂ ਦਿੱਤੀਆਂ। ਆਖੋ ਸਤਨਾਮ ਵਾਹਿਗੁਰੂ ਜੀ। ਵਿਚਾਰ ਚੱਲ ਰਹੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਏ। ਹੱਥ ਜੋੜੇ ਹੋਏ ਨੇ, ਅੱਖਾਂ ਦੇ ਵਿੱਚ ਅਥਰੂ ਨੇ, ਸਿਰਾਂ ਦੇ ਉੱਤੇ ਬੋਦੇ ਧੋਤੀਆਂ ਲਾਈਆਂ ਹੋਈਆਂ ਨੇ, ਜਨੇਊ ਪਾਏ ਹੋਏ ਨੇ। ਉਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ 9 ਸਾਲ ਦੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ 9 ਸਾਲ ਦੀ ਸੀ। ਤਾਂ ਗੁਰਮੁਖ ਪਿਆਰਿਓ ਜਦੋਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਬੇਨਤੀ ਕਰਨ ਵਾਸਤੇ ਪਹੁੰਚੇ, ਇਤਨੇ ਨੂੰ ਗੋਬਿੰਦ ਰਾਏ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਆਣ ਕੇ ਖਲੋ ਗਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿਣ ਲੱਗੇ, ਗੁਰੂ ਪਿਤਾ ਜੀ ਇਹ ਲੋਕ ਕੌਣ ਨੇ? ਇਹ ਰੋਂਦੇ ਪਏ ਨੇ, ਕੀ ਕਾਰਨ ਆ? ਕੀ ਹੋ ਗਿਆ ਇਹਨਾਂ ਨੂੰ, ਕਿਉਂ ਰੋਂਦੇ ਆ? ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਲਾਲ ਜੀ ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ।
ਇਹਨਾਂ ਦੇ ਮੰਦਰ ਢਹਿ ਢੇਰੀ ਕੀਤੇ ਜਾ ਰਹੇ ਨੇ। ਇੱਕ ਕਸ਼ਮੀਰ ਦੇ ਪੰਡਤ ਨੇ, ਇਹ ਰੋਂਦੇ ਕਿਉਂ ਨੇ? ਕਹਿੰਦੇ ਇਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ, ਮੰਦਰ ਢਹਿ ਢੇਰੀ ਕੀਤੇ ਜਾ ਰਹੇ ਨੇ। ਗੋਬਿੰਦ ਰਾਏ ਜੀ ਕਹਿਣ ਲੱਗੇ, ਪਿਤਾ ਜੀ ਫਿਰ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ? ਕਹਿੰਦੇ ਇਹਨਾਂ ਦਾ ਧਰਮ ਇਸ ਤਰ੍ਹਾਂ ਬਚ ਸਕਦਾ, ਕੋਈ ਬਹੁਤ ਰੱਬੀ ਰੂਹ ਭਜਨੀਕ ਹੋਵੇ, ਬ੍ਰਹਮ ਗਿਆਨੀ ਹੋਵੇ ਪੂਰਨ, ਔਰ ਉਹ ਆਪਣੇ ਸੀਸ ਦੀ ਬਲੀਦਾਨ ਦੇਵੇ, ਇਹਨਾਂ ਦਾ ਕਸ਼ਟ ਆਪਣੇ ਸਰੀਰ ਦੇ ਉੱਤੇ ਸਹਾਰੇ, ਫਿਰ ਇਹਨਾਂ ਦਾ ਧਰਮ ਬਚ ਸਕਦਾ। ਨਹੀਂ ਦੇਖੋ, ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਗਰਾ। ਕਹਿਣ ਲੱਗੇ, ਪਿਤਾ ਜੀ ਤੁਹਾਡੇ ਤੋਂ ਵੱਡਾ ਬ੍ਰਹਮ ਗਿਆਨੀ ਇਸ ਸਮੇਂ ਕੌਣ ਹੋ ਸਕਦਾ? ਤੁਸੀਂ ਇਹਨਾਂ ਦਾ ਧਰਮ ਬਚਾਓ, ਇਹਨਾਂ ਦੀ ਤੁਸੀਂ ਰੱਖਿਆ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਦੇਖ ਲੈ ਪੁੱਤਰਾ, ਤੂੰ ਅਨਾਥ ਹੋ ਜਾਵੇਂਗਾ, ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ। ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਕਹਿੰਦੇ, ਪਿਤਾ ਜੀ ਜੇ ਮੇਰੇ ਇਕੱਲੇ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ ਨਾ, ਇਹਨਾਂ ਲੱਖਾਂ ਕਰੋੜਾਂ ਮੇਰੇ ਵਰਗੇ ਭਰਾਵਾਂ ਦਾ ਪਿਤਾ ਦਾ ਸਾਇਆ ਸਿਰ ਤੇ ਰਹੇਗਾ, ਉਹ ਬਚ ਜਾਏਗਾ। ਤੁਸੀਂ ਇਹਨਾਂ ਦਾ ਧਰਮ ਬਸਾਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਬੜੇ ਖੁਸ਼ ਹੋਏ ਸੁਣ ਕੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਜਾਓ ਔਰੰਗਜ਼ੇਬ ਨੂੰ ਕਹਿ ਦਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ, ਉਹਨਾਂ ਨੂੰ ਮੁਸਲਮਾਨ ਬਣਾ ਲਵੋ, ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਵੀ ਕਹਿ ਦੇਣਾ, ਜੇ ਉਹਨਾਂ ਨੂੰ ਨਾ ਮੁਸਲਮਾਨ ਬਣਾਇਆ ਗਿਆ ਤਾਂ ਸਾਨੂੰ ਛੇੜਿਓ ਨਾ, ਸਾਨੂੰ ਤੰਗ ਨਾ ਕਰਿਓ, ਇਹ ਵੀ ਪ੍ਰੋਮਿਸ ਕਰ ਲਿਓ। ਕਹਿੰਦੇ ਸਤ ਬਚਨ। ਉਹ ਹਿੰਦੂ ਆਪਣੇ ਮਨ ਨੂੰ ਧੀਰਜ ਕਰਕੇ ਔਰੰਗਜ਼ੇਬ ਦੇ ਕੋਲ ਪਹੁੰਚੇ। ਜਾ ਕੇ ਔਰੰਗਜ਼ੇਬ ਨੂੰ ਆਖਿਆ, ਇਹ ਔਰੰਗਜ਼ੇਬ, ਤੁਸੀਂ ਸਾਡੇ ਤੇ ਤਸੱਦਦ ਨਾ ਕਰੋ, ਸਾਡੇ ਮੰਦਰ ਢੇਰੀ ਨਾ ਕਰੋ। ਜੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਸਲਮਾਨ ਬਣਾ ਲਵੋ ਨਾ, ਅਸੀਂ ਸਾਰੇ ਮੁਸਲਮਾਨ ਆਪਣੇ ਆਪ ਬਣ ਜਾਵਾਂਗੇ। ਮੁਸਲਮਾਨ ਕੋਈ ਮਾੜੀ ਕੌਮ ਨਹੀਂ ਹੈ, ਹਿੰਦੂ ਕੋਈ ਮਾੜੀ ਕੌਮ ਨਹੀਂ ਹੈ। ਤਾਂ ਗੁਰਮੁਖ ਪਿਆਰਿਓ, ਵਿੱਚ ਕਾਂ ਗਿਆਰੀ ਜ਼ਰੂਰ ਹੁੰਦੀ ਆ। ਜਿਵੇਂ ਫਸਲ ਦੇ ਵਿੱਚ ਨਾ ਕਾਂ ਗਿਆਰੀ ਹੋ ਜਾਂਦੀ ਆ, ਸਿੱਖਾਂ ਦੇ ਵਿੱਚ ਵੀ ਕਾਂ ਗਿਆਰੀ ਬੜੀ ਆ। ਇਹ ਸਾਰੇ ਧਰਮਾਂ ਦੇ ਵਿੱਚ ਕਾਂ ਗਿਆਰੀ ਹੋਈ ਆ। ਤਾਂ ਗੁਰਮੁਖ ਪਿਆਰਿਓ, ਔਰੰਗਜ਼ੇਬ ਦੇ ਕੋਲ ਜਾ ਕੇ ਕਹਿਣ ਲੱਗੇ, ਐ ਔਰੰਗਜ਼ੇਬ ਜੀ, ਜੇ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਸਲਮਾਨ ਬਣਾ ਲਵੋ ਨਾ, ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਤਾਂ ਗੁਰਮੁਖ ਪਿਆਰਿਓ ਕਹਿਣ ਲੱਗੇ, ਇੱਕ ਪ੍ਰੋਮਿਸ ਹੋਰ ਵੀ ਆ, ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਨਾ ਬਣਾ ਸਕੇ, ਸਾਡੇ ਮੰਦਰਾਂ ਨੂੰ ਹੱਥ ਨਾ ਲਾਇਓ, ਸਾਨੂੰ ਤੰਗ ਪਰੇਸ਼ਾਨ ਨਾ ਕਰਿਓ। ਔਰੰਗਜ਼ੇਬ ਕਹਿੰਦਾ ਵੀ ਠੀਕ ਆ। ਕਹਿੰਦਾ ਉਹਨੇ ਸੋਚਿਆ ਵੀ ਇੰਨਿਆਂ ਨੂੰ ਮੁਸਲਮਾਨ ਬਣਾਉਣਾ, ਇਕੱਲੇ ਇਕੱਲੇ ਜੰਜੂ ਲਹਾਨੇ ਆ। ਇਤਿਹਾਸ ਦੱਸਦਾ 1.25 ਮਣ ਜੰਜੂ ਦੇ ਵਿੱਚ ਕਿੰਨਾ ਕੁ ਵਜਨ ਹੁੰਦਾ? 100 ਗ੍ਰਾਮ ਵਜਨ ਨਹੀਂ ਹੁੰਦਾ। 10 ਗ੍ਰਾਮ ਦਾ ਵਜਨ ਮੰਨ ਕੇ ਚੱਲੀਏ। ਤਾਗਾ ਹੁੰਦਾ, ਮਣਕਾ ਹੁੰਦਾ ਜੰਜੂ। ਤਾਂ ਗੁਰਮੁਖ ਪਿਆਰਿਓ, 1.25 ਮਣ ਦੇਖ ਲਓ ਜੰਜੂ ਕਿੰਨੇ ਤਾਰ ਦਾ ਹੋਊਗਾ।
ਔਰੰਗਜ਼ੇਬ ਨੇ ਸੋਚਿਆ ਵੀ ਸਾਰਿਆਂ ਨਾਲ ਮੱਥਾ ਮਗਜ ਮਾਰਦਿਆਂ ਖਪਾਈ ਕਰਦੇ ਆ, ਇਕੱਲੇ ਗੁਰੂ ਤੇਗ ਬਹਾਦਰ ਨੂੰ ਬਣਾ ਲੈਂਦੇ ਆ, ਮੁਸਲਮਾਨ ਸਾਰੇ ਬਣ ਜਾਣਗੇ ਤਾਂ ਵਧੀਆ ਕੰਮ ਆ। ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਸਲਮਾਨ ਬਣਾਉਣਾ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾਉਣਾ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਉਹਨੂੰ ਇਹ ਨਹੀਂ ਸੀ ਪਤਾ ਵੀ ਸਾਰੇ ਸੌਖੇ ਨੇ ਬਣਾਉਣੇ, ਪਰ ਕੱਲਾ ਬੜਾ ਔਖਾ, ਇਹ ਨਹੀਂ ਸੀ ਪਤਾ। ਕਹਿੰਦਾ ਚਲੋ ਕੱਲੇ ਨੂੰ ਬਣਾ ਲਾਂਗੇ, ਸਾਰੇ ਆਪਣੇ ਆਪ ਬਣ ਜਾਣਗੇ। ਸਮਾਂ ਮਿਥਿਆ ਗਿਆ, ਸਮਾਂ ਦਿੱਤਾ ਗਿਆ ਦਿੱਲੀ ਦਾ ਚਾਂਦਨੀ ਚੌਂਕ, ਜਿੱਥੇ ਗੁਰਦੁਆਰਾ ਸੀਸਗੰਜ ਬਣਿਆ ਹੋਇਆ, ਉਹ ਚੌਂਕ ਵੀ ਬਣਿਆ ਹੈ। ਉੱਥੇ ਛੋਟਾ ਜਿਹਾ ਥਾਨ ਵੀ ਬਣਿਆ ਜਿੱਥੇ ਸਤਿਗੁਰੂ ਜੀ ਨੇ ਆਪਣਾ ਬਲੀਦਾਨ ਦਿੱਤਾ ਸੀ, ਚੌਂਕ ਦੇ ਵਿੱਚ ਉਹ ਚੌਂਕ ਵੀ ਬਣਿਆ ਹੋਇਆ। ਹੁਣ ਸਿੱਖ ਸੰਗਤਾਂ ਨੂੰ ਚਿੱਠੀਆਂ ਘੱਲੀਆਂ ਗਈਆਂ, ਹੁਕਮਨਾਮੇ ਘੱਲੇ ਗਏ ਵੀ ਫਲਾਣੀ ਤਰੀਕ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਉਣਾ ਹੈ। ਹੁਣ ਸਾਰਿਆਂ ਨੂੰ ਚਾਅ ਚੜ ਗਿਆ, ਪਰ ਵਿਚਲੀ ਗੱਲ ਦਾ ਨਹੀਂ ਸੀ ਪਤਾ। ਚਾਅ ਚੜਿਆ, ਆਪੋ ਆਪਣੇ ਮਨੋ ਮਨੀ ਤਿਆਰੀਆਂ ਕਰ ਰਹੇ ਨੇ ਵੀ ਗੁਰੂ ਜੀ ਸਾਡੇ ਆਵਣਗੇ ਤੇ ਗੁਰੂ ਜੀ ਦੇ ਚਰਨ ਪਵਾਵਾਂਗੇ। ਆ ਜਿਵੇਂ ਆਪਣਾ ਹਿੰਗਾ ਹੇੜੀ ਸੰਗਤ ਨੂੰ ਚਾਅ ਚੜਿਆ ਵੀ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਦੀਵਾਨ ਲਾਉਣ ਵਾਸਤੇ ਆਵਣਗੇ ਤੇ ਮਹਾਂਪੁਰਖਾਂ ਦੇ ਘਰ ਦੇ ਵਿੱਚ ਚਰਨ ਪਵਾਵਾਂਗੇ। ਸਫਾਈ ਕਰ ਰਹੇ ਨੇ ਆਪਣੇ ਘਰਾਂ ਦੀ ਵੀ, ਮਹਾਂਪੁਰਖਾਂ ਨੇ ਆਉਣਾ, ਹੋਰ ਚਾਅ ਚੜਿਆ ਹੋਇਆ। ਇਸੇ ਤਰ੍ਹਾਂ ਸੰਗਤਾਂ ਨੂੰ ਚਾਅ ਚੜਿਆ ਹੋਇਆ। ਰਾਮ ਦਿੱਤਾ ਆਨੰਦਪੁਰ ਸਾਹਿਬ ਜਾਂਦਾ ਸੀ, ਰਾਮ ਦਿੱਤਾ। ਇਹਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਲਾਣੀ ਤਰੀਕ ਨੂੰ ਦਿੱਲੀ ਆਉਣਗੇ। ਇਹ ਬੜਾ ਸ਼ਰਧਾਲੂ ਸੀ, ਮਨ ਦੇ ਵਿੱਚ ਮਨੋ ਮਨੀ ਅਰਦਾਸਾਂ ਕਰਦਾ, ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਾਂ ਦਿੱਲੀ ਨੂੰ ਆਉਣਗੇ ਜਾਂ ਫਿਰ ਵਾਪਸ ਜਾਣਗੇ ਆਨੰਦਪੁਰ ਨੂੰ, ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਆਪਣੇ ਘਰ ਦੇ ਵਿੱਚ ਪਵਾਵਾਂਗਾ। ਆਖੋ ਸਤਿਨਾਮ ਵਾਹਿਗੁਰੂ ਜੀ। ਸਤਿਗੁਰੂ ਜੀ ਦਿੱਲੀ ਪਹੁੰਚੇ, ਪੜਾ ਕਰਦੇ ਰੁਕਦੇ ਰੁਕਦੇ ਦਿੱਲੀ ਪਹੁੰਚੇ, ਔਰ ਜ਼ਾਲਮ ਲੋਕ ਇਕੱਠੇ ਹੋਏ। ਉਹ ਕਹਿਣ ਲੱਗੇ ਜੀ ਮੁਸਲਮਾਨ ਬਣ ਜਾਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਤੁਹਾਨੂੰ ਕਿਹਨੇ ਆਖਿਆ ਵੀ ਅਸੀਂ ਮੁਸਲਮਾਨ ਬਣਨਾ? ਕਹਿੰਦੇ ਪੰਡਤ ਕਹਿ ਰਹੇ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਤੁਹਾਡੀ ਔਕਾਤ ਹੈ, ਤੁਹਾਡੇ ਵਿੱਚ ਹਿੰਮਤ ਹੈ ਵੀ ਤੁਸੀਂ ਸਾਨੂੰ ਮੁਸਲਮਾਨ ਬਣਾ ਲਵੋ? ਸੀਸ ਦਿਆ ਪਰ ਸਿਰ ਨਾ ਦਿਆ, ਧਰਮ ਨਹੀਂ ਛੱਡਿਆ, ਆਪਣਾ ਧਰਮ ਨਹੀਂ ਛੱਡਿਆ, ਆਪਣਾ ਸੀਸ ਧੜ ਦੇ ਨਾਲੋਂ ਜੁਦਾ ਕਰਵਾ ਲਿਆ। ਆਖੋ ਸਤਿਨਾਮ ਵਾਹਿਗੁਰੂ ਜੀ। ਸਿੱਖ ਕੌਮ ਔਰ ਗੁਰਮੁਖ ਪਿਆਰਿਓ, ਪੰਡਤਾਂ ਦੇ ਲਈ ਆਪਣਾ ਸ਼ਹੀਦੀ ਜਾਮਾ ਪੀ ਗਏ, ਸੀਸ ਧੜ ਦੇ ਨਾਲੋਂ ਜੁਦਾ ਹੋ ਗਿਆ। ਬੜਾ ਰੌਲਾ ਪਿਆ, ਬੜਾ ਕਹਿਰ ਮਚਿਆ, ਬੜੀ ਹਾਹਾਕਾਰ ਮੱਚੀ। ਡਰ ਦੇ ਮਾਰੇ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਵੜ ਗਏ, ਬਾਹਰ ਨਹੀਂ ਕੋਈ ਨਿਕਲ ਰਿਹਾ ਡਰ ਦਾ ਮਾਰਾ। ਕਹਿੰਦੇ ਜਦੋਂ ਇਹਨਾਂ ਨੇ ਗੁਰੂ ਨੂੰ ਨਹੀਂ ਬਖਸ਼ਿਆ ਤੇ ਸਾਨੂੰ ਕੀ ਬਖਸ਼ਣਗੇ। ਇੱਥੋਂ ਤੱਕ ਗੁਰਮੁਖ ਪਿਆਰਿਓ ਮੁਨਕਰ ਹੋ ਗਏ, ਕਹਿੰਦੇ ਅਸੀਂ ਤਾਂ ਸਿੱਖੇ ਨਹੀਂ ਹਾਂ। ਇੱਥੋਂ ਤੱਕ ਮੁਨਕਰ ਹੋ ਗਏ, ਕਹਿੰਦੇ ਅਸੀਂ ਸਿੱਖੇ ਨਹੀਂ ਹਾਂ। ਜਦੋਂ ਦਿੱਲੀ ਦੇ ਵਿੱਚ ਸੀਸ ਧੜ ਦੇ ਨਾਲੋਂ ਜੁਦਾ ਹੋਇਆ, ਫਿਰ ਹੋਕਾ ਦਿੱਤਾ, ਕਹਿੰਦੇ ਜਿਹੜੇ ਗੁਰੂ ਕੇ ਸਿੱਖ ਨੇ ਉਹ ਆਪਣੇ ਗੁਰੂ ਦਾ ਸੀਸ ਧੜ ਲੈ ਜਾਣ। ਆਖੋ ਸਤਿਨਾਮ ਵਾਹਿਗੁਰੂ ਜੀ। ਡਰ ਦਾ ਮਾਰਾ ਕੋਈ ਅੱਗੇ ਨਹੀਂ ਆਇਆ, ਮੁਨਕਰ ਹੋ ਗਏ ਵੀ ਅਸੀਂ ਤਾਂ ਸਿੱਖ ਹੀ ਨਹੀਂ ਹਾਂ। ਉਦੋਂ ਚਰਨ ਪੌਲ ਚੱਲਦੀ ਸੀ, ਆ 5 ਕਕਾਰ ਨਹੀਂ ਸੀ ਪਵਾਏ ਜਾਂਦੇ, ਕਿਰਪਾਨਾਂ ਸ੍ਰੀ ਸਾਹਿਬ ਨਹੀਂ ਸੀ ਪਵਾਈਆਂ ਜਾਂਦੀਆਂ।
ਦਾੜੇ ਕੇਸ ਰੱਖੇ ਜਾਂਦੇ ਸੀ ਔਰ ਚਰਨ ਪਹਲ ਦਿੱਤੀ ਜਾਂਦੀ ਸੀ। ਸਾਰੇ ਮੁਨਕਰ ਹੋ ਗਏ। ਫਿਰ ਆਇਆ ਗੁਰਮੁਖ ਪਿਆਰਿਓ ਭਾਈ ਜੈਤਾ, ਭਾਈ ਜੀਵਨ ਸਿੰਘ ਜੀ, ਭਾਈ ਜੈਤਾ ਵੀ ਕਹਿ ਦਿੰਦੇ ਆ, ਰੰਗਰੇਟਾ ਗੁਰੂ ਕਾ ਬੇਟਾ। ਕਿੱਡਾ ਖਿਤਾਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ। ਹੋਰ ਤੁਸੀਂ ਇਤਿਹਾਸ ਦੇ ਵਿੱਚ ਸੁਣ ਲਿਓ, ਹੋਰ ਕੌਮ ਨੂੰ ਇਹ ਜਿਹੜਾ ਭਾਈ ਜੈਤਾ ਸੀ ਨਾ, ਇਹ ਮਜ਼੍ਹਬੀ ਸਿੱਖਾਂ ਦੇ ਵਿੱਚੋਂ ਹੋਇਆ। ਭਾਈ ਜੈਤਾ, ਭਾਈ ਜੀਵਨ ਸਿੰਘ, ਇਹ ਮਜ਼੍ਹਬੀ ਸਿੱਖਾਂ ਦੇ ਵਿੱਚੋਂ ਹੋਇਆ। ਤਾਂ ਗੁਰਮੁਖ ਪਿਆਰਿਓ ਜਦੋਂ ਸੀਸ ਲੈ ਕੇ ਗਿਆ ਸੀ ਨਾ, ਮਹਾਰਾਜ ਨੇ ਆਖਿਆ ਸੀ ਰੰਗਰੇਟਾ ਗੁਰੂ ਕਾ ਬੇਟਾ। ਗੁਰੂ ਦੇ ਬੇਟੇ ਬਣੇ ਹੋਏ ਨੇ, ਬੜਾ ਖਿਤਾਬ ਦਿੱਤਾ। ਤਾਂ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਔਰ ਬਲੀਦਾਨ ਦਿੱਤਾ ਤੇ ਸੀਸ ਦੀ ਜਿਹੜਾ ਉਹ ਭਾਈ ਜੈਤਾ ਵਸਤਰ ਦੇ ਵਿੱਚ ਲਪੇਟ ਕੇ ਲੈ ਕੇ ਤੁਰਿਆ, ਪੜਾ ਕਰਦਾ ਕਰਦਾ ਤੁਰਿਆ ਜਾਂਦਾ। ਉੱਥੋਂ ਤਰਾਵੜੀ ਦੇ ਵੱਲ ਨੂੰ ਦੋ ਰਸਤੇ ਜਾਂਦੇ ਸੀ, ਇੱਕ ਅਨੰਦਪੁਰ ਸਾਹਿਬ ਵੱਲ ਨੂੰ ਤੇ ਰਸਤੇ ਵਿੱਚੋਂ ਤਰਾਵੜੀ ਵੱਲ ਨੂੰ ਚਲੇ ਗਿਆ। ਤਰਾਵੜੀ ਵਿੱਚ ਕੌਣ ਰਹਿੰਦਾ ਸੀ? ਭਾਈ ਰਾਮ ਦਿੱਤਾ, ਜਿਹੜਾ ਬੜੇ ਸਮੇਂ ਤੋਂ, ਲੰਮੇ ਸਮੇਂ ਤੋਂ ਅਰਦਾਸਾਂ ਕਰਦਾ ਆ ਰਿਹਾ ਸੀ। ਅਰਦਾਸਾਂ ਕਰਦਾ ਆ ਰਿਹਾ ਸੀ, ਇਹ ਸੱਚੇ ਪਾਤਸ਼ਾਹ ਮੇਰੇ ਵੀ ਗਰੀਬ ਦੇ ਘਰ ਦੇ ਵਿੱਚ ਚਰਨ ਪਾ ਦਿਓ। ਤਾਂ ਗੁਰਮੁਖ ਪਿਆਰੇ ਜਦੋਂ ਭਾਈ ਜੈਤਾ ਸੀਸ ਲੈ ਕੇ ਜਾ ਰਿਹਾ ਤਾਂ ਤਰਾਵੜੀ ਵੱਲ ਨੂੰ ਮੁੜ ਗਿਆ। ਤਰਾਵੜੀ ਦੇ ਵਿੱਚ ਭਾਈ ਰਾਮ ਦਿੱਤਾ ਰਹਿੰਦਾ ਸੀ। ਇਹ ਜਿਹੜਾ ਭਾਈ ਰਾਮ ਦਿੱਤਾ ਸੀ, ਇਹ ਭਾਈ ਜੈਤੇ ਨੂੰ ਜਾਣਦਾ ਸੀ, ਕਿਉਂਕਿ ਅਨੰਦਪੁਰ ਸਾਹਿਬ ਦੇ ਵਿੱਚ